ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਮਾਝ ਮਹਲਾ ਪੰਜਵਾ। ਸਾਰਤ ਸੁਹਾਵੀ ਜੇ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਸੋ ਰਿਦਾ ਸੁਹੇਲਾ ਜਿਤ ਹਿਰਦੈ ਤੂੰ ਬੁੱਠਾ, ਸਭਨਾ ਕੇ ਦਾਤਾਰਾ ਜੀਓ। ਤੂੰ ਸਾਂਝਾ ਸਾਹਿਬ ਬਾਪੇ ਹਮਾਰਾ, ਨੌ ਨਿਧ ਤੇਰੇ ਅਖੁੱਟ ਭੰਡਾਰਾ। ਜਿਸ ਤੂੰ ਦੇ ਸੋ ਤ੍ਰਿਪਤੀ ਅਘਾਵੈ, सोई भगत तुम्हारा जियो। जिस तू दे सो तृप्ति अघावै, सोई भगत तुम्हारा जियो। वाहिगुरु। ये पवित्र शब्द पंजवें पातशाह शहीदां दे सिरताज सतगुरु ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵੇਲੇ ਉਚਾਰਨ ਕੀਤੇ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਕੱਲ੍ਹ ਆਪਾਂ ਸ਼ਬਦ ਸਰਵਣ ਕਰ ਰਹੇ ਸੀ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਅੰਗ 96 ਤੋਂ। ਮਾਝ ਮਹੱਲਾ ਪੰਜਵਾ। ਚੌਪਦੇ ਘਰ ਪਹਿਲਾ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਕ ਕਰੇ ਚਾਤ੍ਰਿਕ ਕੀ ਨਿਆਈ। ਇਹ ਸ਼ਬਦ ਸਤਿਗੁਰਾਂ ਨੇ ਲਾਹੌਰ ਤੋਂ ਚਿੱਠੀਆਂ ਦੇ ਰੂਪ ਵਿੱਚ ਭੇਜੇ ਸਨ, ਔਰ ਇਹਨਾਂ ਦਾ ਚੌਥਾ ਸ਼ਬਦ ਸਤਿਗੁਰਾਂ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਉਹਨਾਂ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ ਗਿਆ। ਅਤੇ ਫਿਰ ਉਹਨਾਂ ਨੇ ਇਹ ਬੇਨਤੀ ਰੂਪ ਸ਼ਬਦ ਉਚਾਰਿਆ, ਸ਼ੁਕਰੀਆ ਰੂਪ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ। सेव करी पल चसा न बिछड़ा, जन नानक दास तुम्हारे जियो। हाँ कोली जियो घोल घुमाई, जन नानक दास तुम्हारे जियो। तो जिस वेले धन धन श्री गुरु अर्जन देव महाराज जी गुरता गद्दी ते विराजमान होए, बाबा बुढ़ा जी ने गुरता गद्दी का तिलक दे दिता और सतगुरु रामदास महाराज जी ने गुप्त बख्शिश उन्हां ते कर दिती। उन्हां दे अंदर वो ब्रह्म ज्ञान पैदा हो गया, प्रगट हो गया। हरन भरन जाका नेत्र फोड़, तिसका मंत्र न जाने होर। तो जिस वेले सतगुरां ने कृपा की ते ये शब्द संपूर्ण कर दिता, शब्द हजारियां वाला चार पदियां का। भावें कि उस वेले पिरथी चंद बहुत औखा सौखा होया, कौड़े बोल पिता जी नूं भी बोलिया, बाबा बुढ़ा जी नूं भी उन्होंने कौड़े वचन कहने कीते। पर शांति दे पुंज सतगुरु अर्जन देव महाराज जी शांत सुभाव वाले गुरु पिता के चरणों में चुप करके बैठे रहे। गुरु पिता जी ने हुक्म दिता कि पुत्रा होर भी शब्द उचार के सुना कोई। ते जिस वेले गुरु अर्जन देव जी नूं यह हुक्म होया गुरु रामदास पातशाह जी का, तो फिर उन्होंने जिहड़ा अज आपां शब्द सरवण कीता है श्री ग्रंथ साहब जी के अंग 97 उपर सुभाएमान राग माझ दे विच पंजवें पातशाह जी की बाणी आरंभ हुई। दूसरा शब्द उन्हां दा की बख्शिश करते हैं। राग माझ महला पंजवा। माझ राग जो माझे के इलाके दे विच खास करके गाया जाता सी, इस करके इसका नाम राग माझ पै गया।
ਪਿੱਛੇ ਆਪਾਂ ਮਾਝ ਰਾਗ ਦੀ ਜਿਹੜੀ ਉਥਾਨਕ ਹੈ ਆਰੰਭਤਾ ਤੇ ਸਰਵਣ ਕੀਤੀ ਸੀ। ਜਿਸ ਵੇਲੇ ਮਾਝ ਰਾਗ ਆਰੰਭ ਹੁੰਦਾ ਸੀ, ਅੱਜ ਪੰਜਵੇਂ ਪਾਤਸ਼ਾਹ ਜੀ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤਾ ਕਿ ਪੁੱਤਰ ਹੋਰ ਕੋਈ ਸ਼ਬਦ ਸੁਣਾ ਪਰਮੇਸ਼ਰ ਦੀ ਸਿਫਤ ਵਿੱਚ, ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹਾ, ਸਾਰੁਤ ਸੁਹਾਵੀ ਜੇ ਤੁਧ ਸੰਭਾਲੀ। ਸਾਡੇ ਵਾਸਤੇ ਉਹੀ ਰੁੱਤ ਚੰਗੀ ਹੈ ਜਦੋਂ ਅਸੀਂ ਗੁਰੂ ਨੂੰ ਪਰਮੇਸ਼ਰ ਨੂੰ ਯਾਦ ਕਰਦੇ ਹਾਂ। ਸੰਭਾਲਣਾ ਹੁੰਦਾ ਹੈ ਸੁਰਤ ਵਿੱਚ ਯਾਦ ਕਰਨਾ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਾਡੇ ਵਾਸਤੇ ਉਹੋ ਹੀ ਸਮਾਂ ਸੁਹੇਲਾ ਹੈ ਜਦੋਂ ਅਸੀਂ ਮਾਲਕ ਨੂੰ ਯਾਦ ਕਰਦੇ ਹਾਂ। ਸਾਈ ਘੜੀ ਸੁਲੱਖਣੀ ਜਿਤ ਪ੍ਰਭ ਆਵੈ ਚਿੱਤ, ਜੇ ਦਿਨ ਬਿਸਰੈ ਪਾਰ ਬ੍ਰਹਮ ਫਿੱਟ ਭੁਲੇਰੀ ਰੁੱਤ। ਭਾਵੇਂ ਸੰਸਾਰੀ ਤੌਰ 'ਤੇ ਉਹ ਰੁੱਤਾਂ ਬੜੀਆਂ ਚੰਗੀਆਂ ਹੋਣ, ਪਰ ਜੇ ਪਰਮੇਸ਼ਰ ਯਾਦ ਨਹੀਂ ਤੇ ਉਹ ਰੁੱਤਾਂ ਵੀ ਸਾਡੇ ਕੰਮ ਦੀਆਂ ਨਹੀਂ। ਜਿਸ ਤਰ੍ਹਾਂ ਸਾਵਣ ਦਾ ਮਹੀਨਾ ਮੀਂਹਾਂ ਦਾ ਮਹੀਨਾ ਹੈ, ਥੋੜ੍ਹੀ ਜੇਠ ਹਾੜ੍ਹ ਦੀ ਗਰਮੀ ਘਟ ਜਾਂਦੀ ਹੈ, ਔਰ ਇਸਤਰੀ ਤੇ ਜੀਵ ਇਸਤਰੀ ਇਹਨਾਂ ਦੋਨਾਂ ਨੂੰ ਮਾਲਕ ਦੀ ਪ੍ਰਾਪਤੀ ਦਾ ਆਨੰਦ ਆਉਂਦਾ ਹੈ। ਤਾਂ ਉੱਥੇ ਪਾਤਸ਼ਾਹ ਜੀ ਨੇ 12 ਮਾਹਾਂ 'ਚ ਉਚਾਰਿਆ, ਸਾਵਨ ਰੁੱਤ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ, ਮਨਤਾ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਜਦੋਂ ਮਨ ਤੇ ਤਨ ਇੱਕ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਵੇ ਤਾਂ ਇਹ ਜੀਵ ਇਸਤਰੀ ਜੀਵ ਆਤਮਾ ਜਿਹੜੀ ਹੈ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੀ ਜਾਂਦੀ ਹੈ। ਤੇ ਜਦੋਂ ਇਹ ਮਾਲਕ ਤੋਂ ਵਿਛੜ ਜਾਵੇ ਤੇ ਫਿਰ ਸਾਉਣ ਦੀ ਰੁੱਤ ਵੀ ਜੇਠ ਹਾੜ੍ਹ ਤੋਂ ਭੈੜੀ ਲੱਗਦੀ ਹੈ। ਜੇ ਮਾਲਕ ਨਾਲ ਜੁੜਿਆ ਹੋਵੇ ਤੇ ਫਿਰ ਪਾਤਸ਼ਾਹ ਜੀ ਕਹਿੰਦੇ ਇਹ ਜੇਠ ਹਾੜ੍ਹ ਵਰਗੇ ਗਰਮੀ ਦੇ ਮਹੀਨੇ ਤੇ ਪੋਹ ਵਰਗੇ ਸਰਦੀ ਦੇ ਮਹੀਨੇ ਵੀ ਜੀਵ ਨੂੰ ਦੁੱਖ ਨਹੀਂ ਦੇ ਸਕਦੇ। ਪੋਖ ਸੁਹੰਦਾ ਸਰਬ ਸੁਖ, ਜਿਤ ਪ੍ਰਭ ਆਵੈ ਚਿੱਤ। ਉਹ ਪੋਹ ਦਾ ਮਹੀਨਾ ਵੀ ਸਾਰੇ ਸੁੱਖ ਦੇਣ ਵਾਲਾ ਜਦੋਂ ਮਾਲਕ ਦੇ ਨਾਲ ਜੁੜੇ ਹੋਈਏ, ਸੋਹਣਾ ਲੱਗਦਾ। 12 ਮਾਹਾਂ ਦੇ ਲਗਭਗ ਸਾਰੇ ਮਹੀਨਿਆਂ ਦੇ ਆਖਰੀ ਸ਼ਬਦ ਵਿੱਚ ਪਰਮੇਸ਼ਰ ਦੀ ਯਾਦ ਨੂੰ ਹੀ ਤਰਜੀਹ ਦਿੱਤੀ ਆ। ਆਸਾੜ ਸੁਹੰਦਾ ਸਰਬ ਸੁਖ, ਇਸੇ ਤਰ੍ਹਾਂ ਹੀ ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨ ਜਿੰਨਾ ਪਾਸ। ਤੇ ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਉਹਨਾਂ ਨੂੰ ਹਾੜ੍ਹ ਦਾ ਮਹੀਨਾ ਵੀ ਦੁੱਖ ਨਹੀਂ ਦੇ ਸਕਦਾ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸ ਹੈ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਾਸਾ ਨਹੀਂ, ਉਹਨੂੰ ਸਾਉਣ ਦਾ ਮਹੀਨਾ ਵੀ ਸੁੱਖ ਨਹੀਂ ਦੇ ਸਕਦਾ। ਇਸ ਕਰਕੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਿਆ ਉਸ ਵੇਲੇ ਪਰਮੇਸ਼ਰ ਅਤੇ ਗੁਰੂ ਰਾਮਦਾਸ ਪਾਤਸ਼ਾਹ ਪਿਤਾ ਗੁਰੂ ਜੀ ਦੇ ਵਡਿਆਈ ਦੇ ਵਿੱਚ, ਮਹਿਮਾ ਦੇ ਵਿੱਚ। ਰਾਗ ਮਾਝ ਮਹੱਲਾ ਪੰਜਵਾ, ਸਾ ਰੁੱਤ ਸੁਹਾਵੀ ਜਿਤ ਤੁਧ ਸੰਭਾਲੀ। ਸਾਡਾ ਉਹੀ ਸਮਾਂ ਚੰਗਾ ਹੈ, ਸਫਲਾ ਹੈ, ਉਹੀ ਰੁੱਤ ਚੰਗੀ ਹੈ ਜਦੋਂ ਅਸੀਂ ਮਾਲਕ ਨੂੰ ਯਾਦ ਕਰਦੇ ਹਾਂ, ਤੈਨੂੰ ਯਾਦ ਕਰਦੇ ਹਾਂ। ਸੋ ਕੰਮ ਸੁਹੇਲਾ ਜੋ ਤੇਰੀ ਘਾਲੀ। ਉਹ ਕੰਮ ਚੰਗਾ ਹੈ, ਸੁਹੇਲਾ ਸੌਖਾ ਹੈ ਜੋ ਤੇਰੇ ਹੁਕਮ ਦੇ ਅੰਦਰ ਕੀਤਾ ਜਾਂਦਾ, ਜੋ ਤੇਰੀ ਘਾਲਣਾ ਦੇ ਅੰਦਰ ਕੀਤਾ ਜਾਂਦਾ, ਤੇਰੇ ਹੁਕਮ ਦੇ ਨਾਲ ਕੀਤਾ ਜਾਂਦਾ, ਉਹ ਕੰਮ ਚੰਗਾ ਹੈ। ਸੋ ਹਿਰਦਾ ਸੁਹੇਲਾ ਜਿਤ ਹਿਰਦੈ ਤੋਂ ਬੁੱਠਾ, ਉਹ ਹਿਰਦਾ ਵੀ ਸੁਖੀ ਹੈ।
ਉਹ ਹਿਰਦਾ ਸੁਖੀ ਹੈ ਜਿਸ ਹਿਰਦੇ ਵਿੱਚ ਤੂੰ ਬਹਿ ਗਿਆ ਆ ਕੇ। ਕਿਉਂਕਿ ਇਹ ਚੀਜ਼ਾਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫੀਲ ਕੀਤਾ, ਆਪਣੇ ਅੰਦਰ ਅਨੁਭਵ ਕੀਤਾ। ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨਾਂ ਦੇ ਨਾਲ ਕਿਰਪਾ ਕੀਤੀ ਨਾ, ਜਿਹੜੀ ਕਿ ਹਿਰਦੇ ਤੋਂ ਹਿਰਦੇ ਤੱਕ ਜਾ ਕੇ ਵਰਸਦੀ ਆ, ਇਹ ਤਾਂ ਉਹਨਾਂ ਨੂੰ ਪਤਾ ਜਿਨ੍ਹਾਂ ਤੇ ਹੁੰਦੀ ਆ। ਜਿਸ ਤਰ੍ਹਾਂ ਇੱਕ ਜੋਤ ਜਾਂ ਦੂਸਰੇ ਸਰੀਰ ਵਿੱਚ ਗੁਰੂਆਂ ਨੇ ਰੱਖੀ, ਤੇ ਜਿਹੜਾ ਉਹਨਾਂ ਦਾ ਆਤਮ ਗਿਆਨ ਬ੍ਰਹਮ ਗਿਆਨ ਸੀ ਉਹ ਤੁਰੰਤ ਹੀ ਉਸ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਜੋਤ ਲਹਿਣਾ ਜੀ ਵਿੱਚ ਰੱਖੀ, ਤੇ ਲਹਿਣਾ ਜੀ ਨੂੰ ਇਹ ਫੀਲ ਹੋਇਆ ਕਿ ਮੇਰੇ ਅੰਦਰ ਕੋਈ ਸ਼ਕਤੀ ਆਈ ਹੈ, ਔਰ ਉਹਨਾਂ ਨੇ ਉਹ ਸ਼ਕਤੀ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ, ਔਰ ਫਿਰ ਉਸ ਸ਼ਕਤੀ ਦੇ ਜ਼ਰੀਏ ਹੀ ਉਹਨਾਂ ਨੇ ਸਿੱਖ ਜਗਤ ਦੀ ਸੇਵਾ ਕੀਤੀ। ਇਸੇ ਤਰ੍ਹਾਂ ਉਹਨਾਂ ਨੇ ਜਦੋਂ ਉਹ ਜੋਤ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਿਰਦੇ ਵਿੱਚ ਰੱਖੀ, ਤੇ ਉਹਨਾਂ ਨੂੰ ਵੀ ਅਨੁਭਵ ਹੋਇਆ, ਫੀਲ ਹੋਇਆ ਵੀ ਅੱਜ ਜਦੋਂ ਗੁਰੂ ਨੇ ਮੇਰੇ ਸਿਰ 'ਤੇ ਆਪਣਾ ਹੱਥ ਰੱਖਿਆ, ਗੁਰਤਾ ਗੱਦੀ ਦੀ ਦਸਤਾਰ ਦਿੱਤੀ, ਗੁਰਤਾ ਗੱਦੀ ਬਖਸ਼ਿਸ਼ ਕੀਤੀ, ਥਾਪੜਾ ਦਿੱਤਾ, ਤੇ ਉਦੋਂ ਉਹਨਾਂ ਵਿੱਚ ਕੁਝ ਬਦਲਾਅ ਦਿਸਿਆ ਉਹਨਾਂ ਨੂੰ। ਉਸ ਬਦਲਾਅ ਦੇ ਨਾਲ ਉਹਨਾਂ ਨੂੰ ਆਪਣੇ ਅੰਦਰ ਕੁਝ ਆਨੰਦ ਵੀ ਫੀਲ ਹੋਇਆ, ਕਿਉਂਕਿ ਸਾਰੀ ਗੁਰਬਾਣੀ ਅਨੁਭਵ ਦੀਆਂ ਵਿਚਾਰਾਂ ਹਨ। ਤੇ ਜਦੋਂ ਉਹਨਾਂ ਨੂੰ ਉਹ ਆਨੰਦ ਪ੍ਰਾਪਤ ਹੋਇਆ, ਤੇ ਫਿਰ ਉਹਨਾਂ ਤੋਂ ਰਿਹਾ ਨਹੀਂ ਗਿਆ। ਦੱਸ ਵੀ ਦਿੱਤਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਧਾਈਆਂ। ਅੱਜ ਜਦੋਂ ਮੈਨੂੰ ਗੁਰੂ ਦੀ ਪ੍ਰਾਪਤੀ ਹੋਈ, ਕਿਉਂਕਿ ਵੇਖ ਲਿਆ ਸੀ 65 ਸਾਲਾਂ ਵਿੱਚ ਉਹ ਗੱਲ ਨਹੀਂ ਸੀ ਬਣੀ, ਜੱਜਮੈਂਟ ਕਰਕੇ ਦੇਖ ਲਈ ਸੀ ਨਾ। ਜਦੋਂ 60-65 ਸਾਲ ਉਹ ਗੰਗਾ ਦੀ ਯਾਤਰਾ 'ਤੇ ਜਾਂਦੇ ਰਹੇ, ਤਾਂ ਜ਼ਿੰਦਗੀ ਵਿੱਚ ਕੋਈ ਬਦਲਾਅ ਨਹੀਂ ਸੀ ਆਇਆ। ਪਰ ਜਦੋਂ ਹੀ ਅੱਜ ਉਹਨਾਂ 'ਤੇ ਗੁਰੂ ਸਾਹਿਬ ਨੇ, ਜਿਸ ਵੇਲੇ ਉਹ ਘਟਨਾ ਘਟੀ, ਜੁਲਾਹੀ ਨੇ ਕਿਹਾ ਗੁਰੂ ਅਮਰਦਾਸ ਜੀ ਬਾਰੇ ਆਪਣੇ ਘਰ ਵਾਲੇ ਨੂੰ, ਜਦੋਂ ਉਹਨਾਂ ਨੇ ਵਾਰ ਵਿੱਚ ਤਿਲਕ ਕੇ ਡਿੱਗ ਪਏ, ਚਿੱਕੜ ਕਾਰਨ ਗਾਗਰ ਦਾ ਖੜਕਾ ਹੋਇਆ, ਤਾਂ ਉਸ ਵੇਲੇ ਫਿਰ ਜੁਲਾਹਾ ਪੁੱਛਦਾ ਆ ਕੌਣ ਡਿੱਗ ਪਿਆ, ਤੇ ਜੁਲਾਹੀ ਕਹਿੰਦੀ ਅਮਰੂ ਨਥਾਵਾਂ ਹੈ, ਕੁੜਮਾਂ ਦੇ ਪਾਣੀ ਭਰਦਾ ਫਿਰਦਾ ਹੈ। ਤੇ ਗੁਰੂ ਅਮਰਦਾਸ ਜੀ ਦੇ ਮੁਖ ਚੋਂ ਬਚਨ ਨਿਕਲਿਆ, ਝੱਲੀਏ ਸਾਨੂੰ ਤਾਂ ਥਾਂ ਮਿਲ ਗਿਆ, ਤੂੰ ਆਪ ਦਾ ਇੰਤਜ਼ਾਮ ਕਰ ਲਾ। ਇਹ ਵੀ ਤਾਂ ਇੱਕ ਉਪਦੇਸ਼ ਹੀ ਸੀਗਾ ਵੀ ਸਾਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਗਈ ਆ, ਹੁਣ ਤੂੰ ਵੀ ਲੱਭ ਲਾ। ਤੇ ਉਹ ਬਚਨ ਐਸਾ ਚੱਲਿਆ ਕਿ ਝੱਲੀਏ ਕਹਿੰਦਿਆਂ ਹੀ ਉਹ ਕਮਲੀ ਹੋ ਗਈ। ਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦਾ ਘਰ ਲੈ ਕੇ ਉਹਨਾਂ ਨੂੰ ਨਵਾਂ ਘਰ ਦਿੱਤਾ ਹੋਰ ਕਿਤੇ, ਕਿਉਂਕਿ ਗੁਰੂ ਅਮਰਦਾਸ ਦਾ ਬਚਨ ਜੋ ਹੋ ਗਿਆ ਉਹ ਤਾਂ ਪੂਰਾ ਹੋਣਾ ਹੀ ਆ, ਘਰ ਬਦਲਣਾ ਪੈਣਾ, ਭਾਵੇਂ ਅਧਿਆਤਮਿਕ ਗੱਲ ਹੈ ਤੇ ਭਾਵੇਂ ਸੰਸਾਰਕ ਹੈ। ਤੇ ਜਦੋਂ ਸਾਰੀ ਗੱਲ ਦਾ ਸਤਿਗੁਰੂ ਅੰਗਦ ਦੇਵ ਜੀ ਨੂੰ ਪਤਾ ਲੱਗਿਆ ਵੀ ਅੱਜ ਆਹ ਗੱਲ ਹੋ ਗਈ, ਆਹ ਘਟਨਾ ਘਟ ਗਈ, ਉਸ ਵੇਲੇ ਫਿਰ ਉਹਨਾਂ ਨੇ ਉਹ ਜੁਲਾਹੇ ਨੂੰ ਕਿਹਾ ਵੀ ਤੁਸੀਂ ਇਹ ਘਰ ਛੱਡ ਦਿਓ, ਇਹ ਘਰ ਹੁਣ ਸਾਨੂੰ ਦੇ ਦਿਓ, ਸਾਨੂੰ ਹੋਰ ਥਾਂ 'ਤੇ ਵਸਣਾ ਪੈਣਾ। ਜਿਹੜਾ ਇਹਨੇ ਕਿਹਾ ਨਾ ਸਾਨੂੰ ਥਾਂ ਮਿਲ ਗਿਆ, ਤੂੰ ਥਾਂ ਲੱਭ ਲਾ, ਹੁਣ ਲੱਭਣਾ ਪੈਣਾ ਹੋਰ। ਫਿਰ ਉਹ ਜੁਲਾਹੀ ਠੀਕ ਵੀ ਹੋ ਗਈ, ਨਵੇਂ ਘਰ ਵਿੱਚ ਜਾ ਕਰਕੇ ਗੁਰੂ ਸਾਹਿਬ ਨੇ ਕਿਰਪਾ ਵੀ ਕੀਤੀ। ਤੇ ਜਿਹੜਾ ਉਹ ਘਰ ਸੀ ਜੁਲਾਹਿਆਂ ਦਾ, ਉਸ ਜਗ੍ਹਾ ਦੇ ਉੱਤੇ ਅਖੀਰ 'ਤੇ ਸਤਿਗੁਰੂ ਅੰਗਦ ਦੇਵ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਹੋਇਆ। ਅੱਜ ਵੀ ਉਹ ਕਿਲ੍ਹਾ ਜਿਹੜਾ ਸੀਗਾ ਕਰੀਰ ਦਾ ਗੱਡਿਆ ਹੋਇਆ, ਤੁਰੰਤ ਹਰਾ ਹੋ ਗਿਆ ਤੇ ਵੱਡਾ ਦਰਖਤ ਬਣਿਆ ਹੋਇਆ। ਖੈਰ ਕਹਿਣ ਤੋਂ ਭਾਵ ਹੈ ਸਾਰ ਜੇ ਬੋਲੇ ਸਹਿ ਸੁਭਾਏ, ਸਾਧ ਕਾ ਬੋਲਿਆ ਬਿਰਥਾ ਨਾ ਜਾਏ। ਜਦੋਂ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਆਪਣੇ ਪੁੱਤਰ ਅਰਜਨ ਦੇਵ ਜੀ 'ਤੇ,
ਬਖਸ਼ਿਸ਼ ਕੀਤੀ, ਜੋਤ ਰੱਖ ਦਿੱਤੀ। ਬਾਬਾ ਬੁੱਢਾ ਜੀ ਨੇ ਤਿਲਕ ਦੇ ਦਿੱਤਾ ਮੱਥੇ ਵਿੱਚ। ਤੁਰੰਤ ਹੀ ਉਹਨਾਂ ਦੇ ਅੰਦਰ ਵੀ ਬ੍ਰਹਮ ਗਿਆਨ ਚੱਲ ਪਿਆ ਤੇ ਉਸ ਬ੍ਰਹਮ ਗਿਆਨ ਦੇ ਦੁਆਰਾ ਹੀ ਸ਼ਬਦ ਹਜ਼ਾਰਿਆਂ ਦਾ ਚੌਥਾ ਸ਼ਬਦ ਉਚਾਰਿਆ ਅਤੇ ਉਸੇ ਬ੍ਰਹਮ ਗਿਆਨ ਦੇ ਦੁਆਰਾ ਹੀ ਫਿਰ ਇਹ ਸਿਫਤ ਛੱਪੀ ਸ਼ਬਦ ਲਿਖਦੇ ਹਨ। ਸੋ ਰਿਦਾ ਸੁਹੇਲਾ ਜਿਤ ਰਿਦੈ ਤੂੰ ਬੁੱਠਾ। हे सतगुरु पिता परमेश्वर ਸਰੂਪ पिता गुरु जी, जिन्हां दे हिरदे विच तूं वुੱਠਾ हुंदा वरस जाना। वुੱਠਾ हुंदा मींह दा पैना, वरसना किरपा होनी। ਜਿਹੜੇ ਹਿਰਦੇ ਦੇ ਵਿੱਚ ਤੇਰੀ ਕਿਰਪਾ ਹੋ ਗਈ, ਤੇਰੀ ਰਹਿਮਤ ਵਰਸ ਗਈ, ਉਹ ਹਿਰਦਾ ਵੀ ਸੁਖੀ ਹੋ ਗਿਆ, ਸ਼ਾਂਤੀ ਆ ਗਈ ਉਸ ਹਿਰਦੇ ਨੂੰ। ਸੋ ਰਿਦਾ ਸੁਹੇਲਾ ਜਿਸ ਜਿਤ ਰਿਦੈ ਤੋਂ ਬੁੱਠਾ, ਸਭਨਾ ਕੇ ਦਾਤਾਰਾ ਜੀਓ। ਇਹ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇਣ ਵਾਲੇ ਮਾਲਕੋ। ਇੱਕ ਪ੍ਰਿਥੀ ਚੰਦ ਹੈ, ਉਸ ਦੀ ਦ੍ਰਿਸ਼ਟੀ ਦੇਖ ਲਓ। ਉਹ ਆਪਣੇ ਪਿਤਾ ਜੀ ਨੂੰ ਕੌੜੇ ਬਚਨ ਬੋਲਦਾ ਹੈ ਤੇ ਇੱਕ ਦਿਵ ਦ੍ਰਿਸ਼ਟੀ ਗੁਰੂ ਅਰਜਨ ਦੇਵ ਜੀ ਦੀ ਖੋਲ ਦਿੱਤੀ ਤੇ ਉਹਨੂੰ ਆਪਣਾ ਪਿਤਾ ਰੱਬ ਦਿਸਦਾ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਲੱਗਦਾ ਹੈ। ਉਹ ਸਿਫਤ ਵਿੱਚ ਕਹਿ ਰਹੇ ਹਨ ਤੇ ਦੂਜੇ ਪਾਸੇ ਜਿਸ ਵੇਲੇ ਪ੍ਰਿਥੀ ਚੰਦ ਕੌੜਾ ਮਿੱਠਾ ਬੋਲਿਆ, ਸਤਿਗੁਰਾਂ ਨੇ ਪਰਥਾਏ ਬਾਬਾ ਬੁੱਢਾ ਜੀ ਹੋਰਾਂ ਨੂੰ, ਸਾਰਿਆਂ ਨੂੰ, ਵੀ ਤੁਸੀਂ ਜਾਣ ਬੁੱਝ ਕੇ ਅਰਜਨ ਦੇਵ ਨੂੰ ਵਡਿਆਈ ਦੇਣ ਵਾਸਤੇ ਮੈਨੂੰ ਨੀਵਾਂ ਕੀਤਾ। ਮੇਰੇ ਚੋਲੇ ਵਿੱਚ ਤੁਸੀਂ ਆਪ ਹੀ ਚਿੱਠੀਆਂ ਪਾਤੀਆਂ, ਆਪ ਹੀ ਕੱਢ ਲੀਆਂ। ਉਸ ਵੇਲੇ ਪਾਤਸ਼ਾਹ ਜੀ ਨੇ ਕਿਹਾ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਪੁੱਤਰਾ, ਆਪਣੇ ਪਿਓ ਦੇ ਨਾਲ ਨਹੀਂ ਲੜੀਦਾ। काहे पूत झगड़त हो संग बाप, जिसके जने बडीरे तुम हो तिनस्यो झगड़त पाप। जिस धन का तुम गर्भ करत हो, क्योंकि इन्हें गुरु घर दे विच वड्डा होण दे नाते बेअंत गोलक नूं कुंडी भी लाई सी। भाव संगतां दी माया जो आउंदी, ਉਹਦੇ ਵਿੱਚੋਂ ਕੁਝ ਖਰਚ ਕਰਦਾ ਤੇ ਕੁਝ ਜਮ੍ਹਾਂ ਕਰੀ ਜਾਂਦਾ। तो चौथे पातशाह नूं पता सी इस विषय ते, पर चुप रहे भी कोई गल नहीं। कहते जिस धन का तुम गर्भ करत हो, सो धन किसे ना आप। ਜਿਹੜੇ ਧਨ ਦਾ ਤੁਸੀਂ ਹੰਕਾਰ ਕਰਦੇ ਹੋ, ਇਹ ਧਨ ਕਿਸੇ ਨਾਲ ਵੀ ਜਾਣ ਵਾਲਾ ਨਹੀਂ। ਇੱਧਰ ਗੁਰੂ ਅਰਜਨ ਦੇਵ ਜੀ ਤੇ ਕਿਰਪਾ ਹੋਈ ਹੈ ਤੇ ਉਹਨਾਂ ਨੂੰ ਕਹਿੰਦੇ ਪੁੱਤਰਾ ਕੋਈ ਹੋਰ ਸ਼ਬਦ ਸੁਣਾ। ਤੇ ਫਿਰ ਉਹ ਕਹਿ ਰਹੇ ਹਨ, ਸੋ ਰਿਦਾ ਸੁਹੇਲਾ ਜਿਤ ਹਿਰਦੈ ਤੋਂ ਬੁੱਠਾ। ਜਿਸ ਹਿਰਦੇ ਵਿੱਚ ਤੇਰੀ ਕਿਰਪਾ ਵਰਸ ਗਈ, ਉਹ ਹਿਰਦਾ ਵੀ ਸੁਖੀ ਹੋ ਗਿਆ। ਸਭਨਾ ਕੇ ਦਾਤਾਰਾ ਜੀਓ, ਹੈ ਸਭਨਾ ਦੇ ਦਾਤੇ ਰੂਪ ਸਤਿਗੁਰੂ। ਤੂੰ ਸਭ ਨੂੰ ਦਾਤਾਂ ਦੇਣ ਵਾਲਾ ਪਰਮੇਸ਼ਰ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਤੂੰ ਸਾਡਾ ਪਿਤਾ ਤੇ ਸ੍ਰਿਸ਼ਟੀ ਦਾ ਸਾਂਝਾ ਮਾਲਕ ਹੈ। ਇੱਕ ਪਿਤਾ ਇੱਕ ਸਕੇ ਹੰਬਾਰਕ, ਤੂੰ ਮੇਰਾ ਗੁਰਹਾਈ। ਭਾਵ ਪਰਮੇਸ਼ਰ ਦਾ ਦੂਸਰਾ ਸਰੂਪ ਦੁਨੀਆ ਵਿੱਚ ਗੁਰੂ ਹੈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਕਹਿੰਦੇ ਹਾਂ ਦੁਨੀਆ ਵਿੱਚ, ਔਰ ਇਹੋ ਹੀ ਬਾਣੀ ਜਿਹੜੀ ਹੈ ਦਰਗਾਹ ਵਿੱਚ ਇਸੇ ਦਾ ਪ੍ਰਕਾਸ਼ ਹੈ। ਇਸੇ ਕਰਕੇ ਇਸ ਬਾਣੀ ਨੂੰ ਕਿਹਾ ਸਤਿਗੁਰਾਂ ਨੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹ ਬਾਣੀ ਇੱਥੇ ਗੁਰੂ ਹੈ, ਦਰਗਾਹ ਵਿੱਚ ਇਹੀ ਪਰਮੇਸ਼ਰ ਹੈ। ਜਿਹੜੇ ਇੱਥੇ ਗੁਰੂ ਨਾਲ ਜੁੜ ਗਏ ਉਹ ਪਰਮੇਸ਼ਰ ਨਾਲ ਜੁੜ ਗਏ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹਨ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰਾ ਅਖੁੱਟ ਭੰਡਾਰਾ। ਤੂੰ ਸਾਰੀ ਸ੍ਰਿਸ਼ਟੀ ਦਾ ਇੱਕ ਮਾਲਕ ਹੈ, ਜਿਸ ਨੂੰ 10ਵੇਂ ਪਾਤਸ਼ਾਹ ਨੇ ਕਿਹਾ ਪੂਜਾ ਅਕਾਲ ਕੀ। ਆਪਾਂ ਸਾਰੇ ਉਸ ਇੱਕ ਅਕਾਲ ਪੁਰਖ ਨਾਲ ਜੁੜੀਏ, ਪਰਮੇਸ਼ਰ ਨਾਲ ਜੁੜੀਏ। ਭਾਵੇਂ ਕਿ ਉਸ ਦੇ ਬੇਅੰਤ ਨਾਮ ਹਨ, ਪਰ ਡਾਇਰੈਕਸ਼ਨ ਸਭ ਦੀ ਇੱਕ ਦੇ ਨਾਲ ਹੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਧ ਤੇਰਾ ਅਖੁੱਟ ਭੰਡਾਰਾ।
तेरे भंडारे विच, तेरे खजाने विच 9 निधियां 18 सिद्धियां, पता नहीं की कुछ पिया। जिस तरह सतगुरां दे एक वचन विच किन्नी ताकत है। हरन भरन जाका नेत्र फोर, तिसका मंत्र न जाने होर। जिस दे वचन विच इन्नी ताकत है, खालियां नूं भर देवे, भरियां नूं खाली कर देवे। नदर उपट्ठी जे करे, सुल्ताना घाहो कराएंदा। सतगुरु अर्जन देव जी ने वचन उचारिया ते एक राजा जिहड़ा है उसने सुनिया ते उन्हें सोचिया भी ये किवें हो सकता है। औरंगजेब का पिता शाहजहां उसने ये वचन सुनिया भी ये किवें हो सकता है बई परमेश्वर किसी राजे नूं इन्ना कमज़ोर कर देवे कि घाह दे तीले की तरह सीधा भी ना खड़ सके। ते गुरु पातशाह कहंदे ये गल तेरे ते वरत जावेगी, समा आवेगा। उही गल होई, शाहजहां नूं औरंगजेब ने कैद करता। किसी वेले शाहजहां हुक्म चलाउंदा सी, चौथे पातशाह अपना माफ़ करना छेवें पातशाह नाल उसने 4 जंगां कीतियां, चारे हार गया। सतगुरां ने 4 जंगां जीतियां। अगे चल के शाहजहां ने गुरु प्यारिओ बच्चे होए, संतान हुई, जिन्हां दे विचों औरंगजेब जिहड़ा सी बड़ा तपस्वी निकलिया। इसने अपने भरावां नूं मार के प्यो नूं कैद करके दिल्ली का तख्त प्राप्त किया ते अपने बाप नूं शाहजहां नूं जेल दे विच रोजाना एक प्याला पानी दा ते एक मुठ छोलियां दी दिंदा, भुजे छोलियां दी। ते एक दिन कुदरती किते उहदे कोलों पानी डुल गया। इसने दोबारा पानी मंगिया ते नौकरां नूं हुक्म सी कि जेल च जो भी देना मैनूं पुछे बिना नहीं देना। औरंगे दा कहते जी पानी मंगते आ, दोबारे डुल गया उन्होंने तो कहते उन्होंने कह दो शाही पी लवे। जिहड़ी शाही नाल कुछ लिखदा सी अंदर बैठा जेल दे विच, कहते वो शाही पी लवे। इन्ना गुस्सा किया, कहता ऐ करो इहदी जेल बदलो, इहनूं होर औखी जेल विच छड्ड के आओ। ते जदों उसनूं दूजी जेल वल लिजाण लगे, अज खाधा कुछ नहीं, भुख बड़ी लगी आ, मुश्कां बन्नियां होइयां लई जा रहे आ ते रस्ते विच छोलियां दा खेत आ गया। जिन्हों फलूटी लगी हुई है, हजे टाटा नहीं लगियां, उत्ते भुरजी हुंदी है, बरीक कोमल पत्ते। ते वो छोलियां दे खेत नूं देख के शाहजहां दी भुख चमकी। हुण जे कहंदा कि मैनूं छड्डो, मैं थोड़ा खाया वां घाह नूं, छोलियां दे पौदियां नूं, तां वो जाण नहीं दिंदे। तो यह कहना मैं बाथरूम जाना, तो उस तरह इस दियां बाहां पिछे बनिया हुई मुश्कां, तो इनू भेजता, कहने जा जाया खेतों च। तो इन्हां तो कोई 100-200 कदम अगे खेतों में चलिया गया तो बैठ के बाथरूम के बहाने इसने मूँह के नाल छोलियां की भुरजी तोड़ के खाधी। हथ का काम नहीं कर रहे सी, तो बन्ने हुए सी, इस करके मूँह के नाल ही छोलियां की भुरजी मुच के खाधी। तो उदन फिर गुरु साहब का वचन याद आया, नदर उपट्ठी जे करे, सुल्ताना घाहो कराएंदा, दर मंगण भिख न पाएंदा, दर मंगण भिख न पाएंदा। इनू मंगिया पानी नहीं मिलिया, और अज एक राजा होंदे होए भी इसनों मूँह के नाल मुच के छोलियां की भुरजी खानी पई, लगे हुए पौधे जो खेतों में होंदे हैं। इस करके सतगुरु पातशाह जी कहते, नौ निध तेरे अखुट भंडारा, तेरे घर दे विच 9 निधियां 18 सिद्धियां हन, जिन्हां दी उत्ते तू किरपा कर देवें, जिस तू दे सो तृप्त अगावै, जिन्हां नूं तू दे देवें वो रज जांदा है। वो आप ही नहीं रज जांदा, वो दूजियां नूं भी रजाउण दे काबिल हो जांदा। जिस तरह गुरु रामदास जी ने कृपा की तो गुरु अर्जन देव जी विच वो पावर आ गई, जिथे आप
ਸ਼ਕਤੀਆਂ ਦੇ ਮਾਲਕ ਹੋਏ, ਦੂਜਿਆਂ ਨੂੰ ਵੀ ਤਾਰਨ ਦੇ ਯੋਗ ਬਣ ਗਏ। ਭਾਈ ਮੰਝ ਤੇ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ। ਭਾਈ ਮੰਝ ਨੇ ਪ੍ਰਵਾਨ ਕੀਤੀ, ਸੇਵਾ ਕੀਤੀ, ਬਚਨ ਮੰਨੇ। ਤੇ ਜਿੱਦਣ ਭਾਈ ਮੰਝ ਪਾਸ ਹੋਇਆ ਪ੍ਰੀਖਿਆ ਚੋਂ, ਉਦਣ ਗਲਵਕੜੀ 'ਚ ਲੈ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ, ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਲੈ ਬਈ ਮੰਝ, ਤੂੰ ਮੇਰੇ ਮੁਤਾਬਕ ਚੱਲ ਕੇ ਪਾਸ ਹੋਇਆ ਤੇ ਤੂੰ ਤਾਂ ਮੇਰਾ ਸਮੁੰਦਰੀ ਬੇੜਾ ਹੀ ਬਣ ਗਿਆ। ਜਿਹੜੇ ਤੇਰੀ ਸੰਗਤ ਕਰਨਗੇ ਉਹ ਵੀ ਤਰਨਗੇ। ਨੌ ਨਿਧ ਤੇਰਾ ਅਖੁੱਟ ਭੰਡਾਰਾ, ਤੇਰੇ ਭੰਡਾਰੇ ਵਿੱਚ ਬੇਅੰਤ ਦਾਤਾਂ ਹਨ। 9 ਨਿਧੀਆਂ 18 ਸਿੱਧੀਆਂ ਗੁਰੂ ਦੇ ਚਰਨਾਂ ਵਿੱਚ ਖੜੀਆਂ ਰਹਿੰਦੀਆਂ, ਹੱਥ ਬੰਨ੍ਹ ਕੇ, ਬਈ ਥੋੜ੍ਹੀ ਜਿਹੀ ਕਿਰਪਾ ਕਰੋ, ਕੁਛ ਕਰੀਏ। ਕੰਮ ਪੁੱਛਦੀਆਂ ਤੇ ਗੁਰੂ ਇਸ਼ਾਰਾ ਹੀ ਕਰਦਾ, ਜਾ ਆ ਸਿੱਖ ਦਾ ਕੰਮ ਕਰਕੇ ਆ। ਫਿਰ ਭੱਜੀਆਂ ਜਾਂਦੀਆਂ। ਰਿੱਧ ਸਿੱਧ ਨਾਵੈ ਕੀ ਦਾਸੀ, ਜਿਹੜੇ ਨਾਮ ਜਪਦੇ ਆ, ਸੇਵਾ ਕਰਦੇ ਆ, ਸਿਮਰਨ ਕਰਦੇ ਆ, ਗੁਰੂ ਇਹਨਾਂ ਸ਼ਕਤੀਆਂ ਨੂੰ ਉਹਨਾਂ ਦੇ ਘਰੇ ਭੇਜਦਾ, ਜਾਓ ਆ ਸਿੱਖ ਦੇ ਕੰਮ ਕਰੇ ਆਓ। ਔਰ ਬਹੁਤ ਸਾਰੇ ਐਸੇ ਵੀ ਸਿੰਘ ਜਾਂ ਸਿੱਖ ਹੋਏ ਆ ਸਤਿਗੁਰਾਂ ਦੇ ਸਮਿਆਂ 'ਚ। ਜਦ ਪੁੱਛਿਆ, ਬੋਲ ਸਿੱਖਾ ਕੀ ਚਾਹੀਦਾ ਹੈ, ਤੇ ਅੱਗੋਂ ਜਵਾਬ ਦਿੱਤਾ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮੈਨੂੰ ਸੰਸਾਰ ਦੀ ਕੋਈ ਵਸਤੂ ਨਹੀਂ ਚਾਹੀਦੀ, ਰਿੱਧੀਆਂ ਸਿੱਧੀਆਂ ਨਹੀਂ ਚਾਹੀਦੀਆਂ, ਮੈਨੂੰ ਤੇਰੇ ਚਰਨਾਂ ਦੀ ਸ਼ਰਨ ਚਾਹੀਦੀ ਆ। ਚਰਨਾਂ ਵਿੱਚ ਰੱਖ ਲੈ, ਤੇਰੇ ਚਰਨਾਂ ਦੇ ਸੁੱਖ ਤੋਂ ਵੱਡਾ ਕੋਈ ਸੁੱਖ ਨਹੀਂ ਹੈਗਾ। ਇਸ ਕਰਕੇ ਰਿੱਧੀਆਂ ਸਿੱਧੀਆਂ ਗੁਰੂ ਦੇ ਚਰਨਾਂ ਵਿੱਚ ਖੜੀਆਂ ਰਹਿੰਦੀਆਂ ਤੇ ਗੁਰੂ ਇਸ਼ਾਰਾ ਕਰਦਾ ਹੈ। ਤੇ ਜਿਨ੍ਹਾਂ ਨੂੰ ਗੁਰੂ ਦਿੰਦਾ ਹੈ ਦਾਤਾ, ਇਹ ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਹਾਰਾ ਜੀਓ। ਜਿਨ੍ਹਾਂ ਤੂੰ ਦੇ ਦੇਵੇਂ ਉਹ ਰੱਜ ਜਾਂਦੇ ਹੈ। ਅਗਾਵੈ ਵੀ ਰੱਜਣਾ ਹੁੰਦਾ, ਤ੍ਰਿਪਤ ਹੋਣਾ ਵੀ ਰੱਜਣਾ ਹੁੰਦਾ। ਉਹ ਖੁਦ ਤ੍ਰਿਪਤ ਹੋ ਗਏ, ਅਗਾਵੈ ਅੱਗੇ ਵੀ ਰਜਾਉਣ ਦੇ ਯੋਗ ਹੋ ਗਏ। ਜਿਵੇਂ ਗੁਰੂ ਅਮਰਦਾਸ ਜੀ 65 ਸਾਲ ਤੋਂ ਬਾਅਦ ਗੁਰੂ ਨਾਨਕ ਦੇ ਘਰ ਨਾਲ ਜੁੜੇ, ਉਦੋਂ 12 ਸਾਲਾਂ ਬਾਅਦ ਅੰਗਦ ਦੇਵ ਜੀ ਨੇ ਕਿਰਪਾ ਕਰਤੀ। ਫਿਰ ਉਹਨਾਂ ਵਿੱਚ ਕਿੰਨੀ ਤਾਕਤ ਆ ਗਈ, ਦੂਜਿਆਂ ਨੂੰ ਜੀਵਨ ਦੇਣ ਜੋਗੇ ਹੋ ਗਏ। ਦੂਜਿਆਂ ਨੂੰ ਜੀਵਨ ਦੇਣ ਜੋਗੇ ਹੋ ਗਏ। ਜਿਵੇਂ ਕਮਾਈ ਦੇ ਬੱਚੇ ਨੂੰ ਜਿਉਂਦੇ ਕਰ ਦੇਣਾ, ਜਿਵੇਂ ਇੰਨੀ ਪਾਵਰ ਆ ਗਈ। ਗੋਇੰਦਵਾਲ ਦੇ ਵਿੱਚ ਪੈਣ ਵਾਲੀਆਂ ਬਿਮਾਰੀਆਂ ਨੂੰ ਹੁਕਮ ਦਿੱਤਾ ਕਿ ਗੋਇੰਦਵਾਲ 'ਚ ਨਹੀਂ ਵੜਨਾ ਜਿੰਨਾ ਚਿਰ ਅਸੀਂ ਇੱਥੇ ਬੈਠੇ ਹਾਂ। ਕੋਈ ਸਤਨਾਮ ਸੀ। ਔਰ ਕਾਲ ਨੂੰ ਹੁਕਮ ਦੇਤਾ ਕਿ ਕੋਈ ਵੀ ਬੱਚਾ ਮਾਂ ਪਿਓ ਤੋਂ ਪਹਿਲਾਂ ਨਹੀਂ ਮਰਨਾ ਚਾਹੀਦਾ। ਇੰਨੀਆਂ ਪਾਵਰਾਂ ਕਦੋਂ ਆਈਆਂ? ਜਦੋਂ ਗੁਰੂ ਨੇ ਦਿੱਤੀਆਂ। ਪ੍ਰੀਤਮ ਜੀ ਕਹਿੰਦੇ, ਨੌ ਨਿਧ ਤੇਰਾ ਅਖੁੱਟ ਭੰਡਾਰਾ, ਜਿਸ ਤੂੰ ਦੇ ਸੋ ਤ੍ਰਿਪਤ ਅਗਾਵੈ, ਸੋਈ ਭਗਤ ਤੁਮਹਾਰਾ ਜੀਓ। ਜਿਸ ਤੂੰ ਦੇ ਉਹਨੂੰ ਰੱਜ ਜਾਂਦਾ ਤੇ ਹੋਰਾਂ ਨੂੰ ਰਜਾਉਣ ਦੇ ਯੋਗ ਹੋ ਜਾਂਦਾ। ਆ ਸਿੱਖ ਪੰਥ ਵਿੱਚ ਇਹੀ ਤਾਂ ਬਾਬੇ ਨਾਨਕ ਦੀ ਕਿਰਪਾ ਹੈ। ਜਿਹੜੇ ਗੁਰੂ ਘਰਾਂ ਦੇ ਵਿੱਚ ਜਾਂ ਔਖੇ ਸਮਿਆਂ 'ਤੇ ਸੰਸਾਰ ਦੇ ਵਿੱਚ ਲੰਗਰ ਚੱਲਦੇ ਆ, ਇਹ ਗੁਰੂ ਦੀ ਕਿਰਪਾ ਹੀ ਆ। ਕਹੋ ਸਤਨਾਮ ਸ੍ਰੀ। ਉਹਦੀਆਂ ਦਾਤਾਂ ਬਖਸ਼ੀਆਂ ਸਿੱਖ ਜਗਤ ਨੂੰ, ਔਰ ਇਹ ਆਪ ਰੱਜਿਆ ਤੇ ਹੋਰਾਂ ਨੂੰ ਵੀ ਰਜਾਉਣ ਦੇ ਯੋਗ ਹੋ ਗਏ ਆ। ਇਹ ਗੁਰੂ ਦੀ ਕਿਰਪਾ ਹੀ ਆ। ਪ੍ਰੀਤਮ ਜੀ ਕਹਿੰਦੇ, ਸਭ ਕੋ ਆਸੈ ਤੇਰੀ ਬੈਠਾ। ਹੇ ਮਾਲਕ, ਸਤਿਗੁਰੂ ਰਾਮਦਾਸ ਜੀ ਦੀ ਸਿਫਤ ਕਰ ਰਹੇ ਆ ਸਾਹਮਣੇ ਬੈਠੇ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦੀ ਅੱਜ ਕਿਰਪਾ ਹੋਈ, ਗੁਰਤਾ ਗੱਦੀ ਦਾ ਤਿਲਕ ਹੋਇਆ। ਤਾਂ ਉਹ ਕਹਿ ਰਹੇ ਹਨ, ਜਿਨ੍ਹਾਂ ਨੂੰ ਤੂੰ ਕਿਰਪਾ ਕਰੇ ਉਹ ਰੱਜ ਜਾਂਦੇ ਹਨ। ਇਹ ਸਾਰੀ ਦੁਨੀਆ ਤੇਰੀ ਆਸ ਤੇ ਬੈਠੀ ਆ। ਦੱਸਦੇ ਆ, ਸਤਿਗੁਰੂ ਅੰਗਦ ਦੇ ਮਹਾਰਾਜ ਜੀ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਵਿੱਚ ਬਹਿ ਜਾਂਦੇ ਆ ਤੇ ਬਹੁਤ ਸਾਰੀ ਸੰਗਤ ਉਹਨਾਂ ਦੇ ਦਰ 'ਤੇ ਆ ਕੇ ਇੱਦਾਂ ਚੌਂਕੜੇ ਮਾਰ ਕੇ ਬਹਿ ਜਾਂਦੀ ਆ। ਕਾਹਦੇ ਵਾਸਤੇ? ਬਈ ਜਦੋਂ ਗੁਰੂ ਸਾਹਿਬ ਸਿਮਰਨ 'ਚੋਂ ਉੱਠ ਕੇ ਸਾਡੇ 'ਤੇ ਨਿਗਾਹ ਮਾਰਨਗੇ ਤੇ ਜਿਨ੍ਹਾਂ ਜਿਨ੍ਹਾਂ ਨੇ ਜੋ ਆਸਾਂ ਲੈ ਕੇ ਆਉਂਦੀਆਂ ਉਹ ਪੂਰੀਆਂ ਹੋ ਜਾਣੀਆਂ। ਕਹੋ ਸਤਨਾਮ ਸੀ। ਆਪਾਂ ਇਸੇ ਕਰਕੇ ਗੁਰੂ ਕੋਲ ਆ ਕੇ ਬਹਿੰਦੇ ਹਾਂ ਕਿ ਗੁਰੂ ਸਾਡੇ 'ਤੇ ਕਿਰਪਾ ਕਰੇ। ਸੋ ਇਸੇ ਤਰ੍ਹਾਂ ਹੀ ਗੁਰੂ
अमरदास महाराज जी की हजूरी दे विच तड़के तड़के अमृत वेले वो सिमरन च बैठे न, ते एक माता आके बाहर च बैठ के रोन लगी। सतगुरां ने अपने सेवक नूं भेजिया, बल्लो जा पुछ के आ की गल है, माई नूं चुप करा। सेवक बाहर आया, माता की गल है, क्यों रोनी है? कहती मेरा पति भी सिर ते नहीं है, मेरा एको सहारा मेरा ये बच्चा सीगा, ये मर गया, ते गुरु घर दे विच ताकत है, इनू जीवन दान बख्शो। ते बल्लो ने अंदर जाके दसिया जी आ गल है। महाराज कहंदे उहनूं कह दिओ जिहड़ा मर गया वो जिउंदा नहीं हुंदा। पर माई नूं बड़ा भरोसा सी। अखीर सतगुरु अमरदास जी बाहर आए ते उस बच्चे दे मत्थे उपर अपना सज्जा पैर दा सज्जा अंगूठा जिहड़ा सीगा ਉਹਦੇ मत्थे ते छुआया तो वह जिउंदा हो गया। तो वह माता लैके चली गई, धन्नवाद करदी, शुक्रिया करदी, गुण गाउंदी, सिफतां करदी। उस दिन तो बाद पातशाह ने मौत नूं हुक्म देता सी काल नूं, बई कोई भी बच्चा माँ प्यो तो पहला नहीं मरना चाहिए। चलो मौत सब दी होनी है, पर इस तरह छोटा बच्चा नहीं मरना चाहिए। तो 22 साल लगभग गुरु साहब जी गोइंदवाल साहब दे विच रहे, ते कोई भी बच्चा जिहड़ा माँ प्यो तो पहला बच्चा नहीं मरिया सी। कहो सतनाम श्री। भाव उन्हां दा हुक्म काल ते भी चलदा है, जिन्हां ते गुरु की कृपा हो जाती है। मौत ते भी उन्हां दा हुक्म चल जांदा। प्रीतम जी कहंदे सबको आसै तेरी बैठा, घट घट अंतर तू है उठा। सारे तेरी आस लैके बैठे है, सारियां दे हिरदे विच तू ही वसदा है। सबे सांझी वाल सदायन, असी सारे तेरे ही बच्चे हाँ। जिस तरह किसी जमीन दे 4 भरा हन ते वो चारे ही उहदे मालक है, सांझी वाल है, हिस्सेदार है। पर गुरु जिहड़ा है वो सृष्टि का मालक है, ते सृष्टि का हर जीव ही गुरु ते हक रखदा है, ते गुरु दे नाल जुड़ना चाहिदा हरेक नूं। असी सांझी वाल हाँ। सबै सांझी वाल सदायन, तू किसे न दिसै बाहरा जियो। सारे तेरे हन, तू सब दा है। कोई भी जीव तेरी निगाह तो तेरे हक तो बाहर नहीं है, तू सब दा हक है। अनल हक एक शब्द उचारिया सीगा ईसा मसीह ने, जिसनों सलीब के उत्ते टंग दिता गया सी किल मार के। उस अनल हक का अर्थ सीगा शब्द, पवन गुरु। अनल हक का अर्थ सी पवन गुरु। बई पवन साडा हक है, जिमें सवास साडा हक है। जे कोई किसी का गला नप के सवास खोवे तो वह तड़फदा है ना। इस तरह ही ये ऑक्सीजन जिहड़ी है ये पवन है, पवन तो बगैर शब्द नहीं। तां जिथे पवन साडा हक है, सवास साडा हक है, उस तरह पवन तो पैदा होया गुरु भी साडा हक है। असी सांझी वाल हाँ इसलिए। गुरु ग्रंथ साहब शब्द गुरु सब दा हक है। सारियां नूं इहदा सत्कार करके इहदे नाल जुड़ना चाहिए है। आल वड़ दा ही मालक है। शब्दे धरती शब्दे आकाश, शब्द है शब्द भया प्रकाश। सगल समग्री शब्द कै पाछै, नानक शब्द घटै घट आछै। परमेश्वर तो शब्द पैदा होया, साचे ते पवना भया, पवना ते जल होए। अकाल पुरख बोलिया ते हवा बनी। जद असी बोलते हैं हवा निकलती है, तो हवा तो ही शब्द बनते हैं। जो कथा कर रहे हैं सुन रहे हैं, ये भी तो पवन की खेड है। को सतनाम सी। जे साडे अंदर हवा ना होवे तो बोलना बंद हो जाएगा। इस तरह ही पातशाह जी कहते ये पवन जिहड़ी है साडा हक है, गुरु जिहड़ा साडा हक है। सबे सांझी वाल सदायन, तो किसे न दिसै बाहरा जियो। तू आपे गुरमुख मुक्त कराए, जेड़े तेरे हुक्म दे अंदर चलते हैं। गुरमुख
ਜਿਹੜੇ ਗੁਰੂ ਦੀ ਮਰਜ਼ੀ ਨਾਲ ਚੱਲਦੇ ਹਨ ਉਹਨਾਂ ਨੂੰ ਤੂੰ ਮੁਕਤੀ ਦੇਣ ਵਾਲਾ ਹੈ। ਜਿਹੜੇ ਗੁਰੂ ਦਾ ਹੁਕਮ ਮੰਨਦੇ ਆ ਉਹਨਾਂ ਨੂੰ ਮੁਕਤੀ ਦੇਣ ਵਾਲਾ ਹੈ। ਤੂੰ ਆਪੇ ਮਨਮੁਖ ਜਨਮ ਭਵਾਹੇ, ਜਿਹੜੇ ਮਨ ਮਰਜ਼ੀ ਕਰਦੇ ਆ ਤੇਰੀ ਗੱਲ ਨਹੀਂ ਮੰਨਦੇ ਉਹਨਾਂ ਨੂੰ ਜੂਨਾਂ ਵਿੱਚ ਉਹਨਾਂ ਦੇ ਫਲ ਭੋਗਾਉਣ ਵਾਲਾ ਵੀ ਤੂੰ ਹੀ ਆ। ਬੇਅੰਤ ਇਤਿਹਾਸ ਵਿੱਚ ਸਾਖੀਆਂ ਪਈਆਂ, ਦੋ ਸਾਖੀਆਂ ਸਰਵਣ ਕਰ ਲੈਂਦੇ ਆ। ਜਿਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ ਬਚਨ ਕੀਤਾ, ਜਦੋਂ ਸਿੱਖਾਂ ਨੇ ਬੇਨਤੀ ਕੀਤੀ ਬਈ ਮਹਾਰਾਜ ਕੇਸਰੀ ਚੰਦ ਪਹਾੜੀਆ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਆਪਣੇ ਲੋਹਗੜ੍ਹ ਕਿਲ੍ਹੇ ਦਾ ਗੇਟ ਤੋੜਨ ਵਾਸਤੇ ਆ ਰਿਹਾ ਹੈ, ਤੇ ਪਾਤਸ਼ਾਹ ਕਹਿੰਦੇ ਫਿਰ ਕੀ ਹੋ ਗਿਆ, ਆਪਣੇ ਕੋਲੇ ਵੀ ਹਾਥੀ ਹੈਗਾ। ਮਹਾਰਾਜ ਕਿਹੜਾ ਹਾਥੀ? ਕਹਿੰਦੇ ਦੁਨੀ ਚੰਦ। ਇਹ ਦੁਨੀ ਚੰਦ ਕਹਿੰਦੇ ਕੇਸਰੀ ਚੰਦ ਦੇ ਹਾਥੀ ਨੂੰ ਮੋੜੇਗਾ। ਪਰ ਦੁਨੀ ਚੰਦ ਨੇ ਗੁਰੂ ਦੀ ਗੱਲ ਨੂੰ ਸਮਝਿਆ ਨਹੀਂ, ਘਬਰਾ ਗਿਆ, ਡਰ ਗਿਆ, ਤੇ ਆਨੰਦਗੜ੍ਹ ਦੇ ਕਿਲ੍ਹੇ ਦੀ ਕੰਧ ਟੱਪ ਗਿਆ, ਡਿੱਗ ਪਿਆ, ਡਿੱਗੇ ਦੀ ਲੱਤ ਟੁੱਟ ਗਈ। ਜਿਹੜੇ ਇਹਦੇ ਨਾਲ ਦੇ ਸੰਗੀ ਸਾਥੀ ਸੀ ਉਹ ਇਹਨੂੰ ਚੱਕ ਕੇ ਮਾਝੇ ਵਿੱਚ ਲਿਆਏ, ਅੰਮ੍ਰਿਤਸਰ ਦੇ ਇਲਾਕੇ ਜਿਹੜਾ ਪਿੰਡ ਸੀ ਉੱਥੇ ਘਰੇ ਲੈ ਗਏ। ਲੱਤ ਟੁੱਟੀ 'ਚ ਘਰੇ ਪਾਤਾ ਲਿਜਾ ਕੇ। ਹੁਣ ਇਹ ਸ਼ਰਮਸ਼ਾਰ ਹੋਇਆ ਜਦ ਘਰਦਿਆਂ ਨੇ ਪੁੱਛਿਆ ਵੀ ਤੁਸੀਂ ਕਿਵੇਂ ਆ ਗਏ? ਕਹਿੰਦੇ ਅਸੀਂ ਗੁਰੂ ਨੂੰ ਛੱਡ ਕੇ ਆ ਗਏ, ਜੰਗ ਦਾ ਪ੍ਰੋਗਰਾਮ ਸੀਗਾ ਤੇ ਸਾਨੂੰ ਕਹਿੰਦੇ ਵੀ ਹਾਥੀ ਨਾਲ ਟਾਕਰਾ ਕਰਨਾ। ਉਦੋਂ ਬੀਬੀਆਂ ਨੇ ਲਾਹਨਤਾਂ ਪਾਈਆਂ ਸੀ ਉਹਨਾਂ ਸਿੱਖਾਂ ਨੂੰ ਜਿਹੜੇ ਗੁਰੂ ਸਾਹਿਬ ਨੂੰ ਉਸ ਵੇਲੇ ਛੱਡ ਕੇ ਆਏ ਸੀ ਦੁਨੀ ਚੰਦ ਦੇ ਨਾਲ। ਤੇ ਦੁਨੀ ਚੰਦ ਵੀ ਹੁਣ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ, ਰਾਤ ਨੂੰ ਕੰਧ ਟੱਪ ਕੇ ਭੱਜਿਆ ਸੀ। ਤੇ ਪਰਿਵਾਰ ਨੂੰ ਕਹਿੰਦਾ ਮੈਨੂੰ ਪਿਛਲੇ ਕੋਠੇ 'ਚ ਪਾ ਦਿਓ, ਮੈਂ ਕਿਸੇ ਨੂੰ ਮਿਲਣਾ ਨਹੀਂ, ਮੈਨੂੰ ਕੋਈ ਮਿਲਣ ਨਾ ਆਵੇ। ਉਹਨੂੰ ਪਿਛਲੇ ਕਮਰੇ 'ਚ ਪਾਤਾ ਮੰਜੇ ਤੇ। ਇੱਧਰ ਦੂਜੇ ਦਿਨ ਤੜਕੇ ਸਿੱਖਾਂ ਨੇ ਦੱਸਿਆ ਕਿ ਮਾਰੇ ਆਪਣਾ ਹਾਥੀ ਤਾਂ ਰਾਤ ਭੱਜ ਗਿਆ। ਕਿਹੜਾ ਹਾਥੀ? ਕਹਿੰਦੇ ਦੁਨੀ ਚੰਦ। ਕੰਧ ਟੱਪ ਕੇ ਭੱਜ ਗਿਆ। ਕਹਿੰਦੇ ਲੱਤ ਟੁੱਟ ਗਈ ਉਸ ਦੀ, ਤੇ ਫਿਰ ਉਹਦੇ ਸਾਥੀ ਘਰੇ ਲੈ ਗਏ। ਕਹਿੰਦੇ ਫਿਰ ਉੱਥੇ ਕਿਹੜਾ ਬਾਜੂਗਾ, ਮੌਤ ਤਾਂ ਉੱਥੇ ਵੀ ਆਊਗੀ। ਇੱਧਰ ਬਚਨ ਹੋਇਆ ਤੇ ਉਧਰ ਰਾਤ ਨੂੰ ਪਏ ਦੇ ਜਦੋਂ ਕਿਤੇ ਮੰਜੇ ਤੋਂ ਉੱਠਿਆ ਬਾਥਰੂਮ ਵਗੈਰਾ ਵਾਸਤੇ, ਤੇ ਉਦੋਂ ਕਾਲਾ ਸੱਪ ਲੜ ਕੇ ਤੇ ਮੌਤ ਹੋ ਗਈ। ਕਹੋ ਸਤਨਾਮ ਸ੍ਰੀ। ਉਹਨੇ ਮਨਮੁਖਤਾ ਕੀਤੀ, ਮਨਮਤ ਕੀਤੀ, ਤੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਸ਼ੇਰ ਵੀ ਹਾਥੀ ਦਾ ਮੁਕਾਬਲਾ ਕਰ ਲੈਂਦੇ, ਆਪਣਾ ਸ਼ੇਰ ਮੁਕਾਬਲਾ ਕਰੇਗਾ। ਕੌਣ? ਮਹਾਰਾਜ। ਉਹ ਬਚਿੱਤਰ ਸਿੰਘ ਖੜਾ ਹੋ, ਬਚਿੱਤਰ ਸਿੰਘ ਹੱਥ ਬੰਨ ਕੇ ਖੜਾ ਹੋ ਗਿਆ। ਤੂੰ ਤੜਕੇ ਹਾਥੀ ਨੂੰ ਮੋੜਨਾ ਜਦੋਂ ਆਵੇਗਾ। ਮਹਾਰਾਜ ਤੁਹਾਡੀ ਸ਼ਕਤੀ ਪਾਵਰ ਚਾਹੀਦੀ ਆ, ਤੁਹਾਡੀ ਕਿਰਪਾ ਚਾਹੀਦੀ ਆ। ਤੇ ਪਾਤਸ਼ਾਹ ਜੀ ਨੇ ਉਸ ਨੂੰ ਨਾਗਣੀ ਦਿੱਤੀ, ਤੇ ਐਸੀ ਨਾਗਣੀ ਭਾਈ ਬਚਿੱਤਰ ਨੇ ਮਾਰੀ ਕਿ ਤਵਿਆਂ ਨੂੰ ਚੀਰਦੀ ਹਾਥੀ ਦਾ ਮੱਥਾ ਭੰਨ ਦਿੱਤਾ। ਕਹੋ ਸਤਨਾਮ ਸ੍ਰੀ। ਇੱਕ ਮਨਮੁਖ ਹੈ, ਗੁਰਮੁਖ ਹੈ, ਉਹ ਟੇਡੀਆਂ ਜੂਨਾਂ 'ਚ ਪੈ ਗਿਆ। ਭਾਈ ਬਚਿੱਤਰ ਸਿੰਘ ਨੂੰ ਵਡਿਆਈਆਂ ਮਿਲੀਆਂ। ਦੂਸਰੀ ਗੱਲ ਬਾਬੇ ਨਾਨਕ ਜੀ ਦੇ ਸਮੇਂ ਦੀ ਕਰ ਲਈਏ ਤੇ ਸਤਿਗੁਰਾਂ ਦੇ ਕੋਲ ਇੱਕ ਸਿੱਖ ਸੀਗਾ, ਮੂਲਾ ਖੱਤਰੀ। ਕਿਸੇ ਵੇਲੇ ਮੂਲੇ ਖੱਤਰੀ ਦੇ ਕੋਲ ਬਾਬੇ ਨਾਨਕ ਦਾ ਸੇਵਕ ਮਰਦਾਨਾ ਗਿਆ ਸੀਗਾ 2 ਸੌਦੇ ਲੈਣ, 1 ਪੈਸੇ ਦਾ ਸੱਚ ਤੇ 1 ਪੈਸੇ ਦਾ ਝੂਠ। ਸਾਰੇ ਬਾਜ਼ਾਰ 'ਚੋਂ ਮੰਗਿਆ, ਸਾਰੇ ਮਜ਼ਾਕ ਜਿਹਾ ਕਰਨ, ਕਹਿੰਦੇ ਯਾਰ ਇਹ ਕੋਈ ਸੌਦਾ ਹੁੰਦਾ, ਇਹ ਤਾਂ ਵੈਸੇ ਗੱਲਬਾਤ ਹੁੰਦੀ ਆ। ਕਹਿੰਦੇ ਨਹੀਂ ਸੌਦਾ ਹੈ। ਜਾਂਦਾ ਜਾਂਦਾ ਮੂਲੇ ਖੱਤਰੀ ਕੋਲੇ ਪਹੁੰਚ ਗਿਆ। ਮੂਲੇ ਨੂੰ ਕਹਿੰਦੇ ਵੀ ਆ ਸੌਦਾ ਹੈਗਾ? ਉਹ ਕਿਤੇ ਸਤਸੰਗੀ ਮਾੜਾ ਮੋਟਾ ਸੀਗਾ, ਕਹਿੰਦਾ ਸੌਦਾ ਤਾਂ ਹੈਗਾ। ਉਹਨੇ 2 ਪੈਸੇ ਫੜੇ ਤੇ ਕਾਗਜ਼ ਤੇ ਲਿਖ ਕੇ ਦੇਤਾ, ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ। ਕਹੋ ਸਤਨਾਮ ਸ੍ਰੀ। ਤੇ ਉਹ ਪਰਚੀ ਲੈ ਕੇ ਬਾਬਾ ਜੀ ਕੋਲ ਆ ਗਿਆ। ਕਹਿੰਦੇ ਸੌਦਾ ਤਾਂ ਸਹੀ ਲਿਆਂਦਾ ਮਰਦਾਨਿਆ, ਇਹ ਬੰਦਾ ਕੌਣ ਹੈ? ਕਹਿੰਦੇ ਜੀ ਮੂਲਾ ਖੱਤਰੀ ਆ। ਕਹਿੰਦੇ ਉਹਨੂੰ ਸੱਦ ਕੇ ਲਿਆ। ਮੂਲੇ ਨੂੰ ਸੱਦ ਲਿਆਂਦਾ, ਬੜਾ ਪਾਤਸ਼ਾਹ ਨਾਲ ਪਿਆਰ ਪ੍ਰੇਮ ਪੈ ਗਿਆ, ਔਰ ਪਿਆਰ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਯਾਤਰਾ ਵਿੱਚ ਨਾਲ ਚਲਿਆ ਗਿਆ। 6 ਮਹੀਨੇ ਨਹੀਂ ਮੁੜਿਆ। ਹੁਣ ਇੱਧਰ ਪਰਿਵਾਰ ਨੂੰ ਇਹ ਹੋ ਗਿਆ ਵੀ ਸਾਧ ਸਾਡੇ ਬੰਦੇ ਨੂੰ ਲੈ ਗਿਆ, ਮੁੜ ਕੇ ਮੋੜਿਆ ਹੀ ਨਹੀਂ। ਇੱਕ ਦਿਨ ਬਾਬੇ ਨੇ ਮੂਲੇ ਦੀ ਪ੍ਰੀਖਿਆ ਪਾਤੀ।
वैसी कहने मूलिया हाँ महाराज, तेरी घरवाली नूं किसी ने कहता बई तेरे घरवाले नूं शेर ने मारता, ते तेरी घरवाली मरन नूं तैयार होई बैठी आ चिखा बना के। ते मूला कहना महाराज ये तो बहुत माड़ी गल है, मैनू पहुँचाओ जल्दी उहदे कोल। तो अपनी गल वो भुल गया, मरना सच है। ते पातशाह जी ने तुरंत उसनूं पहुँचाया। मूला खातरी घर चलिया गया, घर वाली रुक गई, बच गई। फिर पातशाह किते वाहवा चिर बाद यात्रा करके किते दोबारा उन्हां दे इलाके च आए ना, जद मरदाने नूं कहंदे मरदाने इत्थे अपना एक मित्र है मूला खत्री, मिल के चलीए। चलो महाराज, उहदे गेट ते गए, आवाज़ मारी मूलिया। वो बीबी नूं पता सी पहला यही साध नाल लै गया सी, हुण फिर लै जाऊगा। कहंदी जी घरे है नहीं गा। वो भाई मूलिया मिलनी आए आ, बाहर आ। बीबी कहनी बाबा जी घरे है नहीं गा। चल भाई नहीं होना मरदाने आ, चल चलीए। इन्नी गल कह के पातशाह दा पिंडों बाहर फिरनी च आ गए। ते मूले खत्री ने उहदी घरवाली ने मगर लघोता सी, कहनी पिछे वग जा, पिछे वग जा। वो साध फिर आ गया तैनूं लैण वास्ते। वो डरदा पिछे वग गया, किते पशुआं दा वाड़ा सी पिछे, किते नेरे च लुक गया, उत्थे गभीरियां घबूरियां च। उत्थे सप बैठा सी, वो सप इहदे लड़ गया। बाबे जो कहता नहीं होना, सप लड़ के वो मर गया। बीबी मगरों सदन गई, जो बाबा जी टल गए उत्थों चले गए। देखदी आ तड़फी जांदा, जहर निकली जांदा, मूँह चों झग निकली जांदी आ, ते भज के फिर गुआंढ गुआंढ सादी आ, बचाओ वे बचाओ। भजे लोग, मंजे ते पाया, बाहर चक लिआंदा। बाहर लिया करके ते उसनूं कहन लगी, वो बीबी कहंदी भाई इत्थे एक साध आया सी, वो ननकाने वाला बाबा नानक। मैं उन्होंने जवाब दे दिता, उदों बाद सप लड़ गया। इत्थे किते बाहर देखो नेड़े होणगे, उन्हां कोले लै चलो। भज के उत्थे लिआंदा। कहन लगे महाराज बचाओ इहनूं। भाई ये कित्थे सीगा? कहंदे जी ये घरे ही सीगा। कहंदे हुण तां घरे भी है नहीं गा, ये भाव हुण तां शरीर विच भी है नहीं, मर गया ये तां। हुण नहीं ये बचदा, हुण 10वें जामे बचावांगे। तां फिर 10 जामे तक, 10वें पातशाह तक इहने पता नहीं किन्नियां जूनां भोगियां, ते 10वें जामे खरगोश की जून चों लभ्या, क्योंकि लुकदा होया ही बाबा जी तो बचिया सीगा, ते अज भी ये लुकदा ही फिरदा सीगा। ते 10वें पातशाह जी ने फिर खरगोश नूं मार के तीर दे नाल उहदे विचों मूले खत्री दा उद्धार कीता। इस करके जिहड़ा गुरमुखता नाल चलदा है, गुरु दे अनुसार चलदा है, गुरु उस नूं वडियाईयां दिंदा है। जिहड़ा मन मर्जी करदा उहनूं टेढ़ियां जोनां विच उहनां दे फल भगा दिंदा है। यही गल 5वें पातशाह जी कह रहे हैं अज अपने दूसरे शब्द विच, तो आपे गुरमुख मुक्त कराए, जिहड़े तेरे मुताबक चलदे आ उहनां नूं मुक्ति बख्शदा है। तू आपे मन मुख जन्म पवाहे, ते आप ही तो मन मुखां नूं उहनां दे कीते कर्मां दा फल देण वास्ते टेढ़ियां जोनां दे विच भवाउंदा है, भेजदा है, चक्कर विच पाउंदा है, भटकदे हन ओह। नानक दास तेरे बलिहारै। इत्थे गुरु अर्जन देव जी अखीर ते कहंदे, ए नानक दास, नानक दा सेवक, हे गुरु पिता परमेश्वर मैं तेरे तो बलिहारे जांदा हां। सब तेरा खेल दशहरा जियो। दशहरा ये दिसन वाला संसार है जिहड़ा, ये सब तेरी खेड़ है। समझ आ गई ना कि गुरु रामदास केवल मेरे पिता नहीं है, परमेश्वर भी है। इसी पवित्र शब्द के विचार अगला शब्द सतगुरु उचारण करते हैं। माज महला पंजवा। अनहद वाजै सहज सुहेला, शब्द आनंद करे सद केला। जे गुरु के अनुसार चलते हैं उन्हां ते की किरपा हुंदी है, उन्हां नूं किवें गुरु परमेश्वर चरनां नाल लाउंदा, उन्हां दे अंदर कैसे सुख दे आनंद दे वाजे वजदे आ, उन्हां दे अंदर कैसियां परमेत खेडा करदा। सहज गुफा में ताड़ी लाई, आसन ऊच सवारिया जियो। वो किवें अपने अंदर वड़दे हन, किहड़े उच्चे थां ते आसन ला के बहिंदे आ। ये शब्द आपां कल नूं सरवण करांगे।
ਹੁਣ ਵਿਚਾਰਾਂ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ